ਬਖਸ਼ਿਸ਼ ਕਰਕੇ ਕਹਿ ਰਹੇ ਹਨ, ਏਕ ਵਾਰ ਮੀਨਸ ਇੱਕ ਵਾਰੀ ਜਿੰਨੇ ਵੀ ਕੋਈ ਵੀ ਸੰਸਾਰ ਦਾ ਜੀਵ ਰੂਪ ਜਿਹੜਾ ਵੀ ਉਸ ਪਰਮਾਤਮਾ ਨੂੰ ਇੱਕ ਵਾਰ ਮਤਲਬ ਕਿ ਜਿਹੜਾ ਇੱਕ ਵਾਰ ਜਿਨ ਤੁਮੇ ਸੰਭਾਰਾ, ਤੁਮੇ ਮੀਨਸ ਪਰਮਾਤਮਾ ਨੂੰ, ਸੰਭਾਰਾ ਮੀਨਸ ਯਾਦ ਕੀਤਾ ਹੈ। ਜਿਨੇ ਇੱਕ ਵਾਰੀ ਵੀ ਯਾਦ ਕਰ ਲੈਣਾ, ਯਾਦ ਭਾਵ ਕਿਸੇ ਰੂਪ ਵਿੱਚ ਵੀ ਹੋ ਸਕਦਾ ਹੈ। ਘਰ ਦੇ ਇਮਾਰਤ ਵੇਖ ਕੇ ਵੀ ਕਿ ਇਹ ਦਾਤ ਪਰਮਾਤਮਾ ਨੇ ਦਿੱਤੀ ਹੈ ਤੇ ਸਮਝ ਲਓ ਉਹ ਵੀ ਯਾਦ ਆਉਣਾ ਹੈ। ਜਿਹੜੀ ਚੀਜ਼ ਪਰਮਾਤਮਾ ਦੀ ਨੂੰ ਵੇਖ ਕੇ ਪਰਮਾਤਮਾ ਯਾਦ ਆ ਜਾਏ ਉਹਨੂੰ ਯਾਦ ਕਹਿੰਦੇ ਨੇ ਪਰਮਾਤਮਾ ਦੀ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀਸਾਨ। ਕੋਈ ਉਹਦੀਆਂ ਦਾਤਾਂ ਉਹਦੀਆਂ ਨਿਸ਼ਾਨੀਆਂ ਵੇਖ ਕੇ ਉਸ ਨੂੰ ਗਾਉਂਦਾ ਹੈ। ਭਾਵ ਕਿ ਘਰ ਵਿੱਚ ਅੰਦਰ ਅਸੀਂ ਪ੍ਰਵੇਸ਼ ਕਰੀਏ ਬਜਾਏ ਅਸੀਂ ਘਰ ਦੇ ਨੂੰ ਵੇਖ ਕੇ ਅਸੀਂ ਹੰਕਾਰ ਵਿੱਚ ਆਈਏ, ਇੱਕ ਵਾਰੀ ਸੀਸ ਝੁਕ ਜਾਏ ਔਰ ਇਹ ਯਾਦ ਆ ਜਾਏ ਪ੍ਰਭੂ ਪਰਮਾਤਮਾ। ਕਈ ਐਸੇ ਵੀ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਹਲੇ ਤੱਕ ਘਰ ਹੀ ਨਹੀਂ ਆਪਣੇ, ਤੂੰ ਮੈਨੂੰ ਆਪਣਾ ਸੋਹਣਾ ਮੰਦਰ ਦਿੱਤਾ ਹੈ ਰਹਿਣ ਵਾਸਤੇ। ਭਾਵ ਇੱਕ ਵਾਰੀ ਅਸੀਂ ਉਹਨੂੰ ਇਸ ਤਰ੍ਹਾਂ ਯਾਦ ਕਰੀਏ। ਯਾਦ ਕਰਨ ਦੇ ਬੜੇ ਢੰਗ ਹੁੰਦੇ ਹਨ। ਭਾਈ ਵੀਰ ਸਿੰਘ ਜੀ ਭੋਜਨ ਛਕ ਰਹੇ ਸਨ। ਛਕਦੇ ਛਕਦੇ ਚਿੜੀ ਆ ਗਈ। ਉਹਨਾਂ ਨੇ ਇੱਕ ਛੋਟੀ ਜਿਹੀ ਬੁਰਕੀ, ਚਿੜੀ ਦੀ ਕਿੰਨੀ ਕੁ ਖੁਰਾਕ ਹੁੰਦੀ ਹੈ, ਇੱਕ ਬੁਰਕੀ ਉਹਨੇ ਚਿੜੀ ਨੂੰ ਪਾਈ। ਭਾਈ ਵੀਰ ਸਿੰਘ ਬਹੁਤ ਅਧਿਆਤਮਕ ਗੁਰਮੁਖ ਰਾਈਟਰ ਹੋਏ ਨੇ, ਜਿਨ੍ਹਾਂ ਦੀਆਂ ਲਿਖਤ ਬਹੁਤ ਡੂੰਘੀਆਂ ਨੇ, ਜੋ ਬੜੀ ਗਹਿਰਾਈ ਤੱਕ ਗੁਰਮਤ ਦਾ ਗਿਆਨ ਰੱਖਣ ਦੇ ਵਿੱਚ ਉਹਨਾਂ ਦੀ ਬਖਸ਼ਿਸ਼ ਸੀ ਪਰਮਾਤਮਾ ਵੱਲੋਂ। ਤੇ ਉਸ ਚਿੜੀ ਨੂੰ ਜਦ ਪਾਇਆ ਤੇ ਚਿੜੀ ਨੇ ਉਸ ਬੁਰਕੀ ਨੂੰ ਚੁੱਕਿਆ, ਛੋਟੀ ਜਿਹੀ ਬੁਰਕੀ ਨੂੰ। ਦੋ ਚਿੜੀਆਂ ਹੋਰ ਆ ਗਈਆਂ, ਉਹਨਾਂ ਨੂੰ ਵੀ ਪਾਇਆ। ਤੇ ਜਦ ਚਿੜੀਆਂ ਵੱਲ ਵੇਖਿਆ ਤੇ ਅੱਖਾਂ ਵਿੱਚ ਨਾ ਆਂਸੂ ਆ ਗਏ। ਕੋਲ ਖੜੇ ਸੇਵਾਦਾਰ ਉਹਨਾਂ ਨੇ ਪੁੱਛਿਆ, ਭਾਈ ਵੀਰ ਸਿੰਘ ਜੀ ਕੀ ਗੱਲ ਹੈ, ਤੁਸੀਂ ਭੋਜਨ ਛੱਡਿਆ ਹੋਇਆ ਹੈ, ਲੰਗਰ ਨਹੀਂ ਛਕ ਰਹੇ ਔਰ ਅੱਖਾਂ ਵਿੱਚ ਆਂਸੂ ਨੇ। ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗੇ, ਭਾਈ ਵੀਰ ਸਿੰਘ ਜੀ ਮੈਂ ਤੇ ਇਹਨਾਂ ਚਿੜੀਆਂ ਤੋਂ ਵੀ ਗਿਆ ਗੁਜ਼ਰਾ ਹਾਂ। ਜਿਹੜੀ ਇੱਕ ਦਾਣਾ ਇੱਕ ਬੁਰਕੀ ਚੁੱਕਦੀ ਹੈ ਓਨੀ ਵਾਰੀ ਝੁਕਦੀ ਹੈ, ਉਹ ਪਰਮਾਤਮਾ ਦਾ ਸ਼ੁਕਰ ਕਰਦੀ ਹੈ। ਅਸੀਂ ਪਰਮਾਤਮਾ ਦੀਆਂ ਬੇਅੰਤ ਦਾਤਾਂ ਲੈ ਕੇ ਹੰਡਾਨੇ ਹਾਂ। ਅਸੀਂ ਇੰਨੇ ਨਾ ਸ਼ੁਕਰੇ ਹਾਂ, ਇੱਕ ਵਾਰੀ ਵੀ ਮੁਖ ਤੋਂ ਵਾਹਿਗੁਰੂ ਨਹੀਂ ਕਹਿੰਦੇ। ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਸਿੱਖਾ ਤੂੰ ਵੀ ਕੋਈ ਵੀ ਭੋਜਨ ਛਕਣਾ ਹੈ, ਕੋਈ 36 ਪ੍ਰਕਾਰ ਦੇ ਭੋਜਨ ਪਰਮਾਤਮਾ ਵੱਲੋਂ ਜੋ ਇਹ ਬਖਸ਼ਿਸ਼ਾਂ ਤੈਨੂੰ ਪ੍ਰਾਪਤ ਹੋਈਆਂ ਨੇ, ਉਹਨੂੰ ਛਕਣ ਤੋਂ ਪਹਿਲਾਂ ਇੱਕ ਵਾਰੀ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਬੋਲਦਿਆ ਕਰ। ਦੇਖੋ ਉਹਦੇ ਵਿੱਚ ਇਹ ਨਹੀਂ ਕਿ ਪਰਮਾਤਮਾ ਨੇ ਸਾਡੇ ਕੋਲੋਂ ਖੋਹ ਲੈਣਾ ਹੈ, ਪਰ ਇਤਨਾ ਜ਼ਰੂਰ ਹੈ ਕਿ ਪਰਮਾਤਮਾ ਇਹ ਜ਼ਰੂਰ ਸੋਚਦਾ ਹੈ ਕਿ ਇਹਨੂੰ ਜਿਹੜੀ ਮੈਂ ਦਾਤ ਦਿੱਤੀ ਹੈ ਉਸ ਦਾ ਸ਼ੁਕਰ ਤੇ ਕਰ ਰਿਹਾ ਨਾ। ਸੁੰਦਰ ਕੱਪੜੇ ਪਹਿਨੋ ਪਹਿਲੀ ਵਾਰ ਜਾਂ ਜਦੋਂ ਵੀ ਪਹਿਨੋ, ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ। ਸੋਹਣੇ ਕੱਪੜੇ ਪਰਮਾਤਮਾ ਨੇ ਦਿੱਤੇ, ਹੰਕਾਰ ਵਿੱਚ ਨਹੀਂ। ਸਤਿਗੁਰ ਸ਼ੁਕਰ ਹੈ। ਕਈ ਐਸੇ ਨੇ ਸਾਰੀ ਉਮਰ ਕਿਸੇ ਦੇ ਪਾਏ ਹੋਈ ਵਸਤਰ ਪਾਉਂਦੇ ਨੇ, ਤੇ ਮੈਨੂੰ ਪਰਮਾਤਮਾ ਨੇ ਸੁੰਦਰ ਵਸਤਰ ਦਿੱਤੇ ਨੇ। ਇਹ ਕਿੰਨੇ ਦਿੱਤੇ ਨੇ? ਜਿਸ ਪਰਮਾਤਮਾ ਨੇ ਦਿੱਤੇ ਨੇ ਉਹਦਾ ਸ਼ੁਕਰ ਕਰੀਏ। ਯਾਦ ਕਰਨ ਦੇ ਬੜੇ ਤਰੀਕੇ ਨੇ।
ਯਾਦ ਕਰਨ ਦਾ ਇਹ ਤਰੀਕਾ ਨਹੀਂ ਕਿ ਮੈਂ ਬਾਣੀ ਪੜ੍ਹੀ ਤੇ ਬਸ ਯਾਦ ਕੀਤਾ ਪਰਮਾਤਮਾ ਨੂੰ। ਪਰਮਾਤਮਾ ਨੂੰ ਯਾਦ ਅਸੀਂ ਕਿਸੇ ਰੂਪ ਵਿੱਚ ਵੀ ਕਰ ਸਕਨੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ, ਏਕ ਵਾਰ ਜਿਨ ਤੁਮੈ ਸੰਭਾਰਾ, ਜਿਹਨੇ ਇੱਕ ਵਾਰ ਯਾਦ ਕੀਤਾ ਪਰਮਾਤਮਾ ਨੂੰ, ਤੇ ਮਹਾਰਾਜ ਕਹਿੰਦੇ ਨੇ ਉਹਦੇ 'ਤੇ ਕੀ ਬਖਸ਼ਿਸ਼ਾਂ ਹੋਣਗੀਆਂ। ਕਾਲ ਫਾਸਤੇ ਤਾਹੇ ਉਬਾਰਾ, ਮਹਾਰਾਜ ਕਹਿੰਦੇ ਨੇ ਉਹਦੇ ਵਾਸਤੇ ਕਾਲ ਦੀ, ਮੌਤ ਦੀ ਫਾਈ ਵੀ ਉਸ ਨੂੰ ਬਚਾ ਲੈਂਦੀ ਹੈ। ਦੇਖੋ, ਮਰਨਾ ਉਹ ਦੂਜੀ ਗੱਲ ਹੈ, ਉਹ ਤੇ ਜਿੰਨੇ ਵੀ ਸੰਸਾਰ ਵਿੱਚ ਆਇਆ ਮੌਤ ਲਾਜ਼ਮੀ ਹੈ। ਸਾਡੀ ਮੌਤ ਲਿਖੀ ਗਈ ਤਾਂ ਇਸ ਸੰਸਾਰ ਵਿੱਚ ਜਨਮ ਹੋਇਆ। ਮਰਨ ਲਿਖਾਏ ਮੰਡਲ ਮੇ ਆਏ, ਇਸ ਜਗਤ ਮੰਡਲ ਵਿੱਚ ਅਸੀਂ ਤਾਂ ਆਏ ਹਾਂ ਕਿ ਪਹਿਲਾਂ ਸਾਡੀ ਮੌਤ ਲਿਖੀ ਗਈ ਹੈ। ਤੇ ਜੇ ਮੌਤ ਲਿਖੀ ਗਈ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਮੌਤ ਤੇ ਹੋਣੀ ਹੈ। ਪਰ ਜਿਹੜੀ ਮੌਤ ਅਸੀਂ ਵਿਕਾਰਾਂ ਦੇ ਵਿੱਚ ਮਰ ਰਹੇ ਹਾਂ, ਹੰਕਾਰ ਦੇ ਵਿੱਚ ਰੋਜ਼ ਮਰਨੇ ਹਾਂ, ਔਰ ਕਿਤਨੀ ਈਰਖਾ ਕਰਕੇ ਮਰ ਰਹੇ ਹਾਂ, ਉਸ ਮੌਤ ਤੋਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਬਚ ਜਾਏਗਾ। ਫਿਰ ਤੇਰਾ ਆਵਾਗਾਉਣ ਦਾ ਰੋਜ਼ ਦਾ ਗੇੜ ਇਹ ਮੁੱਕ ਜਾਏਗਾ। ਕਦੋਂ? ਜਦੋਂ ਅਸੀਂ ਹਰ ਚੀਜ਼ ਦੇ ਵਿੱਚੋਂ ਉਸ ਰੱਬ ਨੂੰ ਯਾਦ ਕਰਨੇ ਹਾਂ। ਕਿਸੇ ਦਾ ਘਰ ਦੂਜੀ ਮੰਜ਼ਲ ਤੇ ਵੇ, ਬਜਾਏ ਉਹ ਸੀੜੀਆਂ ਚੜ੍ਹਨ ਵਕਤ ਪਰਮਾਤਮਾ ਨੂੰ ਕੋਸੇ ਕਿ ਰੱਬਾ ਮੈਨੂੰ ਇਤਨੀ ਉੱਚੀ ਘਰ ਦੇ ਦਿੱਤਾ ਹੈ, ਬਜਾਏ ਉਸ ਸੀੜੀਆਂ ਦੇ ਵਿੱਚ ਇੱਕ ਇੱਕ ਪੌੜੀ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਕੇ, ਤੇ ਉਹ ਵੀ ਘਰ, ਫਿਰ ਉਹ ਘਰ ਨਹੀਂ ਰਹੇਗਾ, ਉਹ ਸੱਚਖੰਡ ਹੀ ਬਣ ਜਾਏਗਾ। ਕਿਉਂ? ਕਿਉਂਕਿ ਜਿਸ ਪਰਮਾਤਮਾ ਨੇ ਜਿਹੜੀ ਦਾਤ ਦਿੱਤੀ ਹੈ ਉਹਨੂੰ ਯਾਦ ਕਰੀਏ। ਕਈ ਐਸੇ ਵੀ ਨੇ, ਕੋਈ ਟੁੱਟੀ ਚੱਪਲ ਹੁੰਦੀ ਹੈ ਤੇ ਰੱਬ ਕੋਲ ਜਾ ਕੇ ਉਸ ਦੀ ਅੱਗੇ ਗਿਲੇ ਕਰ ਸ਼ਿਕਵੇ ਕਰਦੇ ਨੇ, ਹੇ ਪਰਮਾਤਮਾ ਮੈਨੂੰ ਤੂੰ ਘਰ ਤੇਰੇ ਆਉਣ ਵਾਸਤੇ ਇੱਕ ਚੱਪਲ ਨਹੀਂ ਦਿੱਤੀ, ਪਰ ਜਦ ਮੈਂ ਉਸ ਘਰ ਵਿੱਚ ਜਾਂਦਾ ਵਾਂ, ਕਈ ਦੋਨੋਂ ਪੈਰ ਵੀ ਨਹੀਂ ਹੁੰਦੇ ਤੇ ਉਹ ਵੀ ਆਉਂਦੇ ਨੇ ਤੇ ਉਹ ਵੀ ਉਹਦਾ ਸ਼ੁਕਰ ਕਰ ਰਹੇ ਹੁੰਦੇ ਨੇ। ਉਸ ਵੇਲੇ ਸੱਚੀ ਜਾਣਿਓ ਮਨ ਵਲੁੰਦਰਿਆ ਜਾਂਦਾ ਹੈ ਤੇ ਇਹੀ ਅਰਦਾਸ ਨਿਕਲਦੀ ਹੈ, ਸੱਚੇ ਪਿਤਾ ਜਿਵੇਂ ਤੂੰ ਰੱਖਣਾ ਹੈ ਠੀਕ ਹੈ। ਇਹ ਵੀ ਉਸ ਨੂੰ ਯਾਦ ਕਰਨ ਵਾਲੀ ਗੱਲ ਹੈ। ਜੋ ਦਿੱਤਾ ਹੋਇਆ ਪਰਮਾਤਮਾ ਨੇ ਉਸ ਦੇ ਸ਼ੁਕਰ ਵਿੱਚ ਰਹੀਏ, ਤੇ ਜੋ ਨਹੀਂ ਦਿੱਤਾ ਉਸ ਦੇ ਸਬਰ ਵਿੱਚ ਰਹੀਏ। ਫਿਰ ਸੁਣੋ, ਜੋ ਕੁਝ ਪਰਮਾਤਮਾ ਨੇ ਦਿੱਤਾ ਹੈ ਉਸ ਨੂੰ ਵੇਖ ਕੇ ਸ਼ੁਕਰ ਵਿੱਚ ਰਹੀਏ। ਜੋ ਚੀਜ਼ ਪਰਮਾਤਮਾ ਨੇ ਸਾਨੂੰ ਨਹੀਂ ਦਿੱਤੀ ਉਹ ਚੰਗੇ ਵਾਸਤੇ ਹੀ ਨਹੀਂ ਦਿੱਤੀ। ਅਸੀਂ ਸੋਚਦੇ ਹਾਂ ਨਾ ਪਰਮਾਤਮਾ ਨੇ ਨਹੀਂ ਦਿੱਤੀ, ਸਾਡੇ ਨਾਲ ਮਾੜਾ ਕੀਤਾ ਹੈ, ਪਰ ਰੱਬ ਪਰਮਾਤਮਾ ਉਹ ਪਿਤਾ ਕਦੀ ਮਾੜਾ ਨਹੀਂ ਕਰਦਾ। ਉਹ ਜਿਹੜੀ ਚੀਜ਼ ਦਿੰਦਾ ਹੈ ਉਹ ਸੋਚ ਸਮਝ ਕੇ ਦਿੰਦਾ ਹੈ, ਔਰ ਜਿਹੜੀ ਚੀਜ਼ ਨਹੀਂ ਦਿੰਦਾ ਉਹ ਵੀ ਸੋਚ ਸਮਝ ਕੇ ਨਹੀਂ ਦਿੰਦਾ। ਕੀ ਪਤਾ ਅਸੀਂ ਸੋਹਣੇ ਘਰ ਵਧੀਆ ਮੰਗ ਰਹੇ ਹਾਂ, ਜਿਹੜਾ ਅੱਜ ਅਸੀਂ ਨਿਤਨੇਮ ਕਰ ਰਹੇ ਹਾਂ, ਨਵਾਂ ਘਰ ਮਿਲੇ ਤੇ ਅਸੀਂ ਕਰੀਏ ਹੀ ਨਾ, ਸਾਡਾ ਨੇਮ ਵੀ ਖੁੰਝ ਜਾਏ। ਤਾਂ ਪਰਮਾਤਮਾ ਨੂੰ ਹਰ ਚੀਜ਼ ਦਾ ਪਤਾ ਹੈ, ਉਹ ਸਾਡੀ ਰੋਜ਼ ਦੀ ਮੌਤ ਨੂੰ ਵੀ ਬਚਾ ਲੈਂਦਾ ਹੈ। ਫਿਰ ਕੀ ਹੁੰਦਾ? ਕਾਲ ਫਾਸਤੇ ਤਾਹੇ ਉਬਾਰਾ, ਮਾਰੇ ਕਹਿੰਦੇ ਨੇ ਜਿਨ ਨਰ ਨਾਮ ਤਿਹਾਰੋ ਕਹਾ, ਜਿਹੜੇ ਵੀ ਨਰ ਨੇ, ਭਾਵ ਜਿਹੜੇ ਮਨੁੱਖ ਨੇ ਤੇਰੇ ਇਸ ਨਾਮ ਨੂੰ ਯਾਦ ਕੀਤਾ, ਹੁਣ ਯਾਦ ਜਿੰਨੇ ਵੀ ਕੀਤਾ, ਮਾਰੇ ਕਹਿੰਦੇ ਨੇ ਉਹਦੇ ਦਾਰਿਦ ਦੁਸ਼ਟ ਦੋਖ ਤੇ ਰਹਾ, ਉਹਦੇ ਜਿੰਨੇ ਦੁਸ਼ਟ ਸੀ, ਭਾਵ ਉਹਦੇ ਵੈਰੀ ਸੀ, ਦਾਰਿਦ ਦਰਿਦਰ, ਉਹਦੀ ਗਰੀਬੀ, ਜਿਹੜੇ ਕਈ ਸਾਲਾਂ ਤੋਂ ਗਰੀਬੀ ਭੋਗ ਰਿਹਾ ਸੀ, ਪਰ ਜੇ ਪਰਮਾਤਮਾ ਤੋਂ ਵਿਛੜਿਆ ਹੋਇਆ ਸੀ ਤੇ ਕਿੰਨੇ ਸਾਲ ਉਹਨੇ ਹੋਰ ਭੋਗਣੀ ਸੀ, ਪਰ ਜਦੋਂ ਉਸਨੇ ਪਰਮਾਤਮਾ ਨੂੰ ਯਾਦ ਕੀਤਾ, ਉਹ ਜਿਹੜੀ 20 ਸਾਲ ਦੀ ਗਰੀਬੀ ਸੀ ਉਹ ਸਿਰਫ 5 ਸਾਲ ਦੀ ਰਹਿ ਗਈ। ਜੇ 5 ਸਾਲ ਦੀ ਸੀ ਉਹ ਸਾਲ ਦੀ ਰਹਿ ਗਈ, ਤੇ ਸਾਲ ਦੀ ਦਿਨਾਂ ਵਿੱਚ ਰਹਿ ਗਈ। ਉਹਦੇ ਸਾਰੇ ਦਰਿਦਰ ਦੁੱਖ ਸਭ ਹਟ ਗਏ। ਕਿਉਂਕਿ ਜਦੋਂ ਗਰੀਬੀ ਦੀ ਗੱਲ ਆਉਂਦੀ ਹੈ ਨਾ, ਅਸੀਂ ਇਸ ਨੂੰ ਪੈਸੇ ਨਾਲ ਤੋਲ ਲੈਂਦੇ ਹਾਂ। ਸਾਧ ਸੰਗਤ, ਗਰੀਬੀ ਪੈਸੇ ਨਾਲ ਨਹੀਂ ਤੋਲੀ ਜਾਂਦੀ। ਗਰੀਬੀ ਹੁੰਦੀ ਹੈ ਜਿਹੜੀ ਸਾਡੇ ਕੋਲ ਪਦਾਰਥ ਹੁੰਦਿਆਂ ਵੀ ਜੇ ਅੰਦਰ ਸਾਡੇ ਸ਼ਾਂਤੀ ਨਹੀਂ, ਤੇ ਉਹ ਗਰੀਬੀ ਤੋਂ ਵੱਧ ਹੈ। ਸਾਡੇ ਕੋਲ ਪਦਾਰਥ ਬਹੁਤ ਨੇ,
ਪਰ ਅੰਦਰ ਸ਼ਾਂਤੀ ਨਹੀਂ, ਉਸ ਤੋਂ ਵੱਡਾ ਗਰੀਬ ਹੀ ਕੋਈ ਨਹੀਂ ਹੈ। ਗਰੀਬੀ ਤੋਂ ਭਾਵ ਮਨ ਦੇ ਅੰਦਰ ਉਸ ਪਰਮਾਤਮਾ ਦਾ ਸ਼ੁਕਰ ਹੋਣਾ ਚਾਹੀਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਦਰਿੱਦਰ ਜਿਹੜੇ ਨੇ, ਉਹਦੀ ਗਰੀਬੀ, ਦੁਸ਼ਟ ਦੁਸ਼ਮਣ ਸਾਰਿਆਂ ਤੋਂ ਉਹ ਬਚਾ ਲੈਂਦਾ ਹੈ। ਫਿਰ ਉਹ ਸਦਾ ਹੀ ਖੇੜੇ ਵਿੱਚ ਰਹਿੰਦਾ ਹੈ। तो महाराज अगे अखीरले छंद विच की कह रहे ने, खड़ग केत मैं शरण तिहारी। खड़ग केत ये जानो इस तरह कि झंडे दे विच तलवार दा जिहड़ा चिन्ह बनिया हुंदा है ना, या एक होर सौखा समझ लीए, ये परमात्मा वास्ते खड़क वरत्या है शब्द। अस्तुज भी परमात्मा वास्ते आंदा है। ये हुंदा इंसाफ दी तलवार वाले परमात्मा। तेरी जिहड़ी तलवार है ना, वो इंसाफ दी तलवार है। हे परमात्मा, हे इंसाफ दी तलवार वाले परमात्मा, हे तलवार झंडे दे तलवार दे चिन्ह वाले परमात्मा, हे खड़ग परमात्मा, मैं तेरी शरण विच आया हूँ। मैं शरण तिहारी, आप हाथ दे लेहो उबारी। अपना हाथ दे के अपने बच्चे नूं बचा लो। मेरे बड़े गुनाह ने, मन्नू पता है मेरे गुनाहां दा, जिस तरह तुसी पाप खंडन हो, मैं पापी हाँ। मेरे विच नीरे ओगण भरे ने, पर मैं तेरी शरण विच आ गया। शरण तो भाव ये नहीं कि जिहड़े गुरुद्वारे जांदे ने वो शरण है, नहीं। शरण हुंदी है कि अपनी होंद नूं, अपनी मत नूं गुरु दे चरनां विच रख देनी। शरण आउण वास्ते ते गुरुद्वारे भरे पे ने, मंदिर भरे पे ने, मस्जिदां भरियां पईयां ने, गे ते ओह भी शरण विच ने, पर वो गुरु दी गल नूं अडॉप्ट नहीं करके लैके आए। शरण आना हुंदा है। मैं अक्सर बेनती करना वा, साडे लोगां दी हालत ये वे, असीं टीचर ते गुरु नानक नूं मन लिया कि हे गुरु नानक तू साडा टीचर है, पर लैसन किसी होर दा असीं लै रहे हैं, पढ़ाई किसी होर दी कर रहे हैं, जाने गुरु कोल पे हैं, पर पढ़ाई असीं किसी होर दी कर रहे हैं। हुण टीचर मैथ्स दा होवे, असीं मैथ्स पढ़न जाइए ते लैसन असीं किसी संस्कृत टीचर दा लै रहे होइए, ते उस टीचर नूं कितना दुख होएगा। वो कहता मत्था तो मेरे अगे आके, गुरु नानक कहते ने मेरे अगे आके टेक रहा है, पर जिहड़े कर्म कांड ने, जिहड़े वर्त रख रहा है, जिहड़े अंध विश्वास भरे पे ने, जिहड़े जीवन दे विच जिहड़ी गुरमत तो मनाई चीज़ां ने, उहदा लैसन पढ़दा पिया, आंदा मेरे कोल पिया, उहनूं शरण आना नहीं कहांगे। शरण आने तो भाव कि जो गुर कहे सोई भल मानो। मेरा गुरु यह कहता वे कि भाई तू अन्न नहीं छड़ना, छोड़े अन्न, करे पखंड, ना वो सुहागण ना वो रंड। ना वो सुहागण विच ते ना वो वर्त, मैं वो की कह सकना, ना वो रंडियां विच ने। गुरु नानक पातशाह ने सीधा ही सानू एक कोई इहदे विच लिहाज नहीं किया। जे असी अज भी वर्त कर रहे हाँ, नराते या श्राद या होर कर्म कांड असी कर रहे हैं, पिपलों की पूजा, सप नूं दुध पिलाना, शिले कटना, भुखे रहना, घर बार छड़ देना, गुरु दे गुरु नानक दे घर जरूर आ रहे हाँ, पर लैसन कसी होर पढ़ रहे हैं। जो गुरु कहता है अगर उसे मुताबिक नहीं चल रहे तो मैनू खिमा कर देना, असी इस श्रेणी विच नहीं आ रहे, भावें मैं भी होवां। मेरे गुरु ने वर्जित किया है कि सारे दिन चंगे ने, ते जे मैं मन रहा, मैं वीरवार उठ के कपड़े धो रहा तो ठीक है। जे मैं बिल्ली लंघी है, मैं डर गया वहाँ, शरण विच नहीं आया। शरण तो भाव ही यही है कि जो गुरु कहता है उहदे मुताबिक चलीए। लैसन गुरु दा लेना है ते शरण भी गुरु दी है। फिर जे गल गुरु दी कर रहे हैं, सुन ते हाँ कर रहे हैं, अपनी मुंडी भी हिला दी गुरु अगे,
ਪਰ ਬਾਹਰ ਜਾ ਕੇ ਅਸੀਂ ਫਿਰ ਕਰਮ ਕਾਂਡਾਂ ਦੇ ਵਿੱਚ ਕੋਈ ਕਬਰ ਆਈ, ਉਹਦੇ ਅੱਗੇ ਸੀਸ ਝੁਕਾ ਦਿੱਤਾ, ਕਿਸੇ ਮੂਰਤੀ ਅੱਗੇ ਅਸੀਂ ਚੀਜ਼ ਝੁਕਾ ਦਿੱਤਾ, ਕਿਸੇ ਐਸੀ ਜਗ੍ਹਾ ਤੇ ਜਾ ਕੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਮਨਾਹੀ ਕੀਤੀ ਸੀ, ਅਸੀਂ ਉਸ ਜਗ੍ਹਾ ਤੇ ਜਾ ਕੇ ਅਸੀਂ ਮੱਥੇ ਟੇਕਣੇ ਸ਼ੁਰੂ ਕਰਤੇ। ਸ਼ਬਦ ਗੁਰੂ ਤੋਂ ਟੁੱਟ ਗਏ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹਨੂੰ ਸ਼ਰਨ ਨਾ ਕਹੋ। ਤਾਂ ਹੀ ਫਰੀਦ ਸਾਹਿਬ ਨੇ ਕਿਹਾ, ਫਰੀਦ ਬਾਹਰ ਪਰਾਈਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸ਼ਰੀਰੋਂ ਲੈ। ਮੇਰਾ ਤੇ ਕਿਰਪਾ ਕਰ ਦੇਈ, ਮੈਨੂੰ ਬਾਹਰ ਕਿਸੇ ਬੂਹੇ ਤੇ ਨਾ ਬਿਠਾਈ, ਭਾਵ ਕਿਸੇ ਹੋਰ ਦਾ ਬੂਹਾ ਨਾ ਦਿਖਾਈ। ਜੇ ਕਿਸੇ ਹੋਰ ਦਾ ਬੂਹਾ ਦਿਖਾਏਗਾ, ਇਸ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਦੋ। ਇੱਕ ਭੈਣ ਸੀ ਤੇ ਉਹ ਮੇਰੇ ਕੋਲ ਇੱਕ ਵਾਰੀ ਆਈ, ਕਹਿੰਦੀ ਵੀਰ ਜੀ ਕਥਾ ਕਹਾਣੀਆਂ ਮੈਂ ਸੁਣੀਆਂ ਨੇ, ਮੈਨੂੰ ਬੜਾ ਹੀ ਚੰਗਾ ਲੱਗਿਆ ਔਰ ਮੈਂ ਗੁਰੂ ਨਾਨਕ ਦੀ ਪੜ੍ਹਾਈ ਸੁਣੀ ਹੈ। ਮੈਂ ਖੁਦ 5 ਸਾਲ ਤੋਂ ਜਿਹੜਾ ਕਰਵਾ ਚੌਥ ਦਾ ਵਰਤ ਰੱਖਦੀ ਸੀ, ਪਰ ਜਦੋਂ ਤੋਂ ਮੈਂ ਸੰਗਤ ਸ਼ਬਦ ਚੌਂਕੀ ਜਥੇ ਵਿੱਚ ਆਈ ਹਾਂ, ਅੱਜ ਮੈਨੂੰ ਸਾਲ ਹੋ ਗਿਆ, ਪਰ ਮੈਂ ਹੁਣ ਵਰਤ ਵਾਲਾ ਸਮਾਂ ਆ ਗਿਆ। ਮੇਰੀ ਸੱਸ, ਮੇਰਾ ਪਰਿਵਾਰ ਸਾਰਾ ਕਹਿੰਦਾ ਤੂੰ ਰੱਖਣਾ, ਪਰ ਮੈਂ ਜਦ ਹੁਣ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਪੜ੍ਹੀ ਸੁਣੀ, ਮੈਨੂੰ ਫੀਲ ਹੋਇਆ ਕਿ ਇਹ ਮੈਂ ਗਲਤ ਕੀਤਾ ਹੈ। ਮੈਂ ਗੁਰੂ ਨਾਨਕ ਦੀ ਬੇੜੀ ਤੋਂ ਪੈਰ ਹਟਾ ਕੇ ਦੂਜੀ ਬੇੜੀ 'ਚ ਪਾੜਦਾ, ਬਾਹਰ ਪਰਾਈਏ ਬੈਸਣਾ। ਤੇ ਮੈਨੂੰ ਇੱਕ ਗੱਲ ਦੱਸੋ ਵੀਰ ਜੀ, ਮੈਂ ਹੁਣ ਵਰਤ ਆਣਾ ਹੈ, ਮੈਂ ਘਰ ਮਨਾ ਕਰਤਾ ਹੈ, ਪਰ ਮੇਰੇ ਮਨ ਵਿੱਚ ਇੱਕ ਗੱਲ ਆਉਂਦੀ ਹੈ, ਜੇ ਮੈਂ ਇੰਨੇ ਸਾਲ ਤੋਂ ਰੱਖ ਰਹੀ ਹਾਂ, ਇਸ ਵਾਰੀ ਨਾ ਰੱਖਿਆ ਤੇ ਰੱਬ ਨਾ ਕਰੇ ਕੁਝ ਹੋ ਜਾਏ ਤੇ ਮੈਨੂੰ ਤੇ ਸਾਰੇ ਘਰ ਵਾਲੇ ਕਹਿਣਗੇ ਕਿ ਅੱਜ ਤੂੰ ਵਰਤ ਨਹੀਂ ਰੱਖਿਆ ਤੇ ਅੱਜ ਇਹ ਕੰਮ ਹੋ ਗਿਆ ਹੈ। ਮੈਂ ਕਿਹਾ ਗੱਲ ਤੇ ਤੇਰੀ ਠੀਕ ਹੈ, ਕਿਉਂਕਿ ਕਹਿੰਦੇ ਨਾ ਵਹਿਮ ਭਰਮ ਦਾ ਫਿਰ ਕੋਈ ਇਲਾਜ ਨਹੀਂ ਹੈ। ਮੇਰੇ ਦਿਮਾਗ ਵਿੱਚ ਆ ਜਾਏ ਮੈਂ ਗੁਰਦੁਆਰੇ ਜਾਣਾ ਵਾ, ਰਸਤੇ 'ਚ ਐਕਸੀਡੈਂਟ ਹੋ ਗਿਆ ਜੀ, ਮੈਂ ਗੁਰਦੁਆਰੇ ਜਾਂਦਿਆਂ ਮੇਰਾ ਐਕਸੀਡੈਂਟ ਹੋ ਗਿਆ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਜਾਣਾ ਬੰਦ ਨਹੀਂ। ਇਹ ਸੋਚ ਕਿ ਤੇਰੀ ਮੌਤ ਸੀ ਜਿਹੜੀ ਛੋਟੇ ਜਿਹੇ ਐਕਸੀਡੈਂਟ ਵਿੱਚੋਂ ਉਹਨੇ ਖਤਮ ਕਰ, ਸਮਝਣ ਦੀ ਪੋਜ਼ਿਟਿਵ ਸੋਚ ਦੀ ਗੱਲ ਹੈ। ਉਸ ਭੈਣ ਨੇ ਮੈਨੂੰ ਇਹ ਕਿਹਾ ਤੇ ਮੈਂ ਕਿਹਾ ਫਿਰ ਕੋਈ ਐਸੀ ਗੱਲ ਨਹੀਂ, ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਜਾ, ਦੇਗ ਕਰਾ ਤੇ ਅਰਦਾਸ ਕਰ, ਸੱਚੇ ਪਿਤਾ ਹੁਣ ਮੈਂ ਤੇਰਾ ਪੱਲੂ ਫੜਨ ਲੱਗੀ ਹਾਂ। ਤੇਰਾ ਪੱਲੂ ਫੜਨ ਤੋਂ ਬਾਅਦ ਮੈਂ ਇੱਕ ਅਰਦਾਸ ਕਰ ਰਹੀ ਹਾਂ ਕਿ ਮੇਰੀਆਂ ਜਿੰਨੀਆਂ ਵੀ ਭੁੱਲਾਂ ਪਿੱਛੇ ਹੋਈਆਂ ਨੇ ਉਹਨੂੰ ਮਾਫ ਕਰ ਦੇਈਂ। ਅੱਜ ਤੋਂ ਬਾਅਦ ਤੇਰੀ ਬਣਾਈ ਹੋਈ ਸੜਕ ਦੇ ਅਨੁਸਾਰ ਮੈਂ ਚੱਲਾਂਗੀ। ਮੈਂ ਹੁਣ ਨਾ ਮੈਂ ਭੁੱਖੇ ਰਹਿਣਾ ਤੇ ਨਾ ਮੈਂ ਵਰਤ ਰੱਖਣਾ ਹੈ, ਤੇ ਮੇਰੀ ਰੱਖਿਆ ਤੂੰ ਆਪ ਕਰ ਲਈ। ਕਹਿੰਦੇ ਮੈਂ ਅਰਦਾਸ ਕਰਕੇ ਉਸ ਦਿਨ ਸਾਰੇ ਪਰਿਵਾਰ ਨੇ, ਮੇਰੇ ਜੋ ਵੀ ਦਰਾਣੀਆਂ ਜਠਾਣੀਆਂ ਸਭ ਨੇ ਰੱਖੇ। ਕਹਿੰਦੇ ਨੇ ਜਦ ਮੈਂ ਗੱਲ ਕਹੀ ਤੇ ਮੈਂ ਛੱਡ ਕੇ ਤੇ ਮੈਂ ਆਰਾਮ ਨਾਲ ਆਪਣਾ ਉਸ ਦਿਨ ਪਾਠ ਕੀਤਾ ਸੋਦਰ ਦਾ, ਸਾਰਾ ਦਿਨ ਖਾਧਾ ਪੀਤਾ ਵੀ। ਕਹਿੰਦੇ ਨੇ ਵੀਰ ਜੀ ਅੱਜ 2 ਸਾਲ ਹੋ ਗਏ ਨੇ, ਮੇਰੇ ਕਰਕੇ ਮੇਰੀ ਦਰਾਣੀ ਨੇ ਵੀ ਮੇਰੀ ਜਠਾਣੀ ਨੇ ਵੀ ਉਹ ਛੱਡ ਦਿੱਤਾ ਹੈ। ਇਹਨੂੰ ਕਹਿੰਦੇ ਨੇ ਸ਼ਰਨ ਆਣਾ। ਹੁਣ ਮੈਂ ਤੁਹਾਨੂੰ ਭੈਣ ਜੀ ਕਹੀ ਜਾਵਾਂ ਤੇ ਵੀਰ ਜੀ ਕਹੀ ਜਾਵਾਂ ਤੇ ਵੀਰ ਜੀ ਦੀ ਮੈਂ ਗੱਲ ਸੁਣਾ ਨਾ, ਜੇ ਮੈਂ ਗੁਰੂ ਨਾਨਕ ਕਹੀ ਜਾਵਾਂ ਤੇ ਗੁਰੂ ਨਾਨਕ ਦੇ ਪ੍ਰਿੰਸੀਪਲ ਨੂੰ ਮੈਂ ਸਮਝ ਹੀ ਨਾ ਪਾਵਾਂ ਤੇ ਮੈਂ ਕਹਾਂ ਮੈਂ ਗੁਰੂ ਨਾਨਕ ਦਾ ਪੁੱਤਰ ਹਾਂ, ਤੇ ਇਸ ਤਰ੍ਹਾਂ ਨਹੀਂ ਹੋ ਸਕਦਾ। ਸ਼ਰਨ ਆਉਣ ਤੋਂ ਭਾਵ ਹੈ, ਸ਼ਰਨ ਤੇ ਮੈਂ ਪਹਿਲਾਂ ਕਿਹਾ ਰੋਜ਼ ਗੁਰਦੁਆਰੇ ਲੈਣਾ ਲੱਗੀਆਂ ਨੇ, ਸਾਰਿਆਂ ਨੂੰ ਖੈਰ ਪੈਣੀ ਹੈ, ਨਹੀਂ। ਜਿਹੜਾ ਉਹਦੇ ਸਿਧਾਂਤ ਤੋਂ ਸੁਣ ਕੇ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰੇਗਾ ਉਹ ਸ਼ਰਨ ਵਿੱਚ ਆਉਣ ਵਾਲਾ ਹੈ। ਤਾਂ ਗੁਰੂ ਪਾਤਸ਼ਾਹ ਨੇ ਅੱਜ ਇਹੀ ਕਿਹਾ, ਕਹਿੰਦੇ ਨੇ ਖੜਗ ਕੇਤ ਮੈਂ ਸ਼ਰਨ ਤਿਆਰੀ, ਮੈਂ ਤੇਰੀ ਸ਼ਰਨ ਵਿੱਚ ਆ ਗਿਆ ਵਾਂ ਪਰਮਾਤਮਾ, ਹੁਣ ਤੂੰ ਕੀ ਕਰ, ਆਪ ਹੱਥ ਦੇ ਲਿਓ ਉਬਾਰੀ। ਜਦੋਂ ਬੱਚਾ ਕਹਿਣੇ ਵਿੱਚ ਆ ਜਾਏ ਫਿਰ ਕੀ ਕਰਦਾ, ਮਾਂ ਪਿਓ ਕੀ ਕਰਦੇ ਨੇ, ਉਹਨੂੰ ਗਲਵਕੜੀ ਚ ਲੈ ਲੈਂਦੇ ਨੇ ਤੇ ਆਪਣੇ ਘਰ ਦੀਆਂ ਸਾਰੀਆਂ ਚਾਬੀਆਂ ਫੜਾ, ਬਈ ਹੁਣ ਇਹ ਜ਼ਿੰਮੇਦਾਰ ਬੱਚਾ ਲੱਗ ਰਿਹਾ ਹੈ, ਇਹ ਜੋ ਮੈਂ ਕਿਹਾ ਵੀ ਉਸੇ ਹਿਸਾਬ ਨਾਲ ਇਹ ਚੱਲ ਰਿਹਾ ਹੈ। ਜਿਸ ਤਰ੍ਹਾਂ ਪਰਮਾਤਮਾ ਨੇ ਗੁਰੂ ਨਾਨਕ ਨੂੰ ਘਰ ਦੀਆਂ ਚਾਬੀਆਂ ਦੇ ਦਿੱਤੀਆਂ ਕਿ ਜਾ ਹੁਣ ਤੂੰ ਸੰਸਾਰ ਵਿੱਚ ਜਿੰਨੇ ਮੇਰੇ ਕੋਲ ਆਣਾ ਹੈ ਪਹਿਲਾਂ ਤੇਰੇ ਕੋਲੋਂ ਚਾਬੀ ਲੈਣੀ ਪਏਗੀ। ਕਿਉਂ? ਕਿਉਂਕਿ ਗੁਰੂ ਨਾਨਕ
ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ। ਸ਼ਰਨ ਤੋਂ ਭਾਵ ਜਿਹੜੇ ਗੁਣ ਪਰਮਾਤਮਾ ਵਿੱਚ ਸੀ ਉਹ ਗੁਰੂ ਨਾਨਕ ਵਿੱਚ ਆ ਗਏ। ਕਿਹੜੇ ਗੁਣ ਸੀ? ਇੱਕ ਓੰਕਾਰ, ਇੱਕ ਦੇ ਉੱਤੇ ਭਰੋਸਾ, ਸਤਨਾਮ ਸਦਾ ਰਹਿਣ ਵਾਲਾ, ਕਰਤਾ ਪੁਰਖ ਸਾਰਿਆਂ ਦੇ ਵਿੱਚ, ਨਿਰਭਉ ਜਿਹੜਾ ਕਿਸੇ ਕੋਲ ਡਰਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਕਿਸੇ ਕੋਲ ਡਰੇ ਨਹੀਂ। ਨਿਰਵੈਰ, ਕਿਸੇ ਨਾਲ ਵੈਰ ਵੀ ਨਹੀਂ ਰੱਖਿਆ। ਅਕਾਲ ਮੂਰਤ, ਉਹਨੂੰ ਉਸ ਮੂਰਤ, ਉਸ ਹਸਤੀ ਨੂੰ ਜਿਹੜੀ ਕਾਲ ਤੋਂ ਰਹਿਤ ਸੀ। ਅਜੂਨੀ, ਜਿਹੜਾ ਜੂਨੀਆਂ ਵਿੱਚ ਨਹੀਂ ਆਉਂਦਾ। ਸੈਭੰ, ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ। ਤਾਂ ਮਹਾਰਾਜ ਨੇ ਫਿਰ ਕਿਹਾ ਕਿ ਇਹ ਸ਼ਰਨ ਆਉਣ ਤੋਂ ਭਾਵ ਇਹੀ ਹੈ, ਜੋ ਗੁਰੂ ਨੇ ਕਿਹਾ ਹੈ ਉਸ ਮੁਤਾਬਕ ਚੱਲੀਏ। ਜੇ ਕੋਈ ਅਸੀਂ ਭੁੱਲਾਂ ਕਰ ਰਹੇ ਹਾਂ ਤੇ ਸਮਝ ਲੈਣਾ ਇਹ ਸਾਡੇ ਵਾਸਤੇ ਦੁਖਾਂਤ ਹੈ। ਅਸੀਂ ਸੰਗਤ ਕਰ ਰਹੇ ਹਾਂ, ਗੁਰਦੁਆਰੇ ਜਾ ਰਹੇ ਹਾਂ, ਪਰ ਸ਼ਰਨ ਵਿੱਚ ਆਏ ਨਹੀਂ ਹਾਂ। ਸ਼ਰਨ ਉਦੋਂ ਆਵਾਂਗੇ ਜਦੋਂ ਗੁਰੂ ਦਾ ਕਹੇ ਅਨੁਸਾਰ ਚੱਲਾਂਗੇ। ਦਾਰਿਦ ਦੁਸ਼ਟ ਦੋਖ ਤੇਰਾ, ਖੜਕੇ ਤੁਮੈ ਸ਼ਰਨ ਤਿਹਾਰੀ, ਆਪ ਹੱਥ ਦੇ ਲਿਹੋ ਉਬਾਰੀ। ਫਿਰ ਉਸ ਬੱਚੇ ਨੇ, ਉਸ ਮਨੁੱਖ ਨੇ ਅਰਦਾਸ ਕੀਤੀ ਕਿ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਵਾਂ। ਤੇ ਮਹਾਰਾਜ ਕਹਿੰਦੇ ਨੇ ਫਿਰ ਸਰਬ ਠੋਰ ਮੋਹ ਸਹਾਈ। ਸਰਬ ਠੋਰ, ਸਰਬ ਹੁੰਦਾ ਸਾਰੀਆਂ, ਠੋਰ ਹੁੰਦਾ ਜਗ੍ਹਾ। ਉਹਨੇ ਫਿਰ ਸਾਰੀਆਂ ਜਗ੍ਹਾ ਤੇ ਮੈਨੂੰ ਰੱਖ ਲਿਆ। ਰੋਜ਼ ਪੜ੍ਹੀ ਦਾ ਨਾ, ਤੇਗ ਬਹਾਦਰ ਸਿਮਰੈ, ਘਰ ਨੋ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਕੋਈ ਗੁਰੂ ਦਾ ਬੱਚਾ ਜਾ ਕੇ ਵਰਲਡ ਦੇ ਕਿਸੇ ਕੋਨੇ ਵਿੱਚ ਵੀ ਚਲਾ ਜਾਏ, ਉਹ ਸਭ ਜਗ੍ਹਾ ਉਹਦੀ ਸਹਾਇਤਾ ਕਰਦਾ ਹੈ, ਕਿਉਂਕਿ ਸ਼ਰਨ ਆਉਣ ਦਾ ਮਤਲਬ ਹੀ ਇਹੋ ਹੀ ਹੈ, ਗੁਰੂ ਦੇ ਕਹੇ ਅਨੁਸਾਰ ਚੱਲ ਰਿਹਾ ਹੈ। ਤਾਂ ਉਸ ਕਰਕੇ ਮਾਰੇ ਕਹਿੰਦੇ ਨੇ ਦੁਸ਼ਟ ਦੋਗ ਤੇ ਲਿਹੋ ਬਚਾਈ। ਸਾਰੇ ਵੈਰੀ ਪਾਪੀ ਸਭ ਤੋਂ ਉਹਨੇ ਮੈਨੂੰ ਬਚਾ ਲਿਆ ਹੈ। ਹੁਣ ਮੈਂ ਬੜਾ ਸੁਖਦ ਵਾਲਾ ਜੀਵਨ ਬਤੀਤ ਕਰ ਰਿਹਾ ਵਾਂ, ਮੈਨੂੰ ਕਿਸੇ ਦਾ ਭੈ ਹੀ ਨਹੀਂ ਹੈ। ਕਿਉਂਕਿ ਜਿਹੜਾ ਬੰਦਾ ਮੌਤ ਤੋਂ ਘਬਰਾਉਂਦਾ ਨਹੀਂ, ਫਿਰ ਕਿਉਂ? ਕਿਉਂਕਿ ਹੁਣ ਉਹ ਗੁਰੂ ਤੋਂ, ਉਹਦੇ ਨਿਰਮਲ ਭੋਗ ਦੇ ਵਿੱਚ ਜਿੰਦਾ ਹੈ। ਤਾਂ ਗੁਰੂ ਨਾਨਕ ਘਰ ਦੀ ਪੜ੍ਹਾਈ ਵੀ ਇਹੀ ਹੋਈ ਹੈ। ਜੇ ਸੱਚ ਗੱਲ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਾ ਕੇ ਕਿੱਥੇ ਵੀ ਗਏ, ਸੱਚ ਦਾ ਹੋਕਾ ਦਿੱਤਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਆਪ ਸੱਚ ਸੀ। ਜਿਹੜਾ ਵੀ ਕੋਈ ਕੰਮ ਕਰਦਾ ਸੀ ਸੱਚ ਦੀ ਗੱਲ ਨੂੰ ਘਬਰਾਉਂਦੇ ਨਹੀਂ ਸਨ। ਕਿੱਥੇ ਜਾ ਕੇ ਮੰਦਰਾਂ ਵਿੱਚ ਵੀ ਜਾ ਕੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ। ਕਿੱਥੇ ਕਿੱਥੇ ਜਾ ਕੇ ਮਹਾਰਾਜ ਨੇ ਸ਼ਬਦਾਂ ਹੰਕਾਰ ਤੋੜਿਆ। ਕਿੱਥੇ ਕਿੱਥੇ ਜਾ ਕੇ ਮਹਾਰਾਜ ਨੇ ਉਹਨਾਂ ਦੇ ਅੰਦਰ ਦੀ ਪੱਟੀ ਪੜ੍ਹ ਕੇ ਉਹਨਾਂ ਨੂੰ ਸੱਚ ਦਾ ਰਾਹ ਦਿਖਾਇਆ। ਕਿਉਂ? ਕਿਉਂਕਿ ਜਦ ਗੁਰੂ ਦੀ ਸ਼ਰਨ ਦਾ ਸਾਨੂੰ ਪਤਾ ਲੱਗ ਜਾਏ, ਔਰ ਮੈਂ ਤੇ ਅੱਜ ਵੀ ਆਡੀਓ ਪਾ ਕੇ ਇਹੀ ਕਿਹਾ ਕਿ ਗੁਰੂ ਨਾਨਕ ਦੇ ਘਰ ਸਾਡਾ ਜਨਮ ਹੋਇਆ ਹੈ, ਇਸ ਤੋਂ ਵੱਡੀ ਸਾਡੇ ਕੋਲ ਕੀ ਬਖਸ਼ਿਸ਼ ਹੋਣੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਸਭ ਕੁਝ ਹੈ। ਸਾਨੂੰ ਉਹਨੇ ਕਿਸੇ ਨਾਲ ਵੈਰ ਕਰਨਾ ਨਹੀਂ ਸਿਖਾਇਆ, ਸਾਨੂੰ ਸਭ ਦੇ ਨਾਲ ਦਇਆ ਕਰਨੀ ਸਿਖਾਈ ਹੈ, ਤੇ ਸਭ ਨੂੰ ਗਲਵਕੜੀ ਲੈ ਕੇ ਚੱਲਣ ਦੀ ਇੱਕ ਨਵੀਂ ਨਵੇਕਲੀ ਸਾਨੂੰ ਰਸਤਾ ਦਿਖਾਇਆ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਚੱਲੇਗਾ, ਉਹਦੇ ਦੁਸ਼ਟ ਦੋਗ ਤੇ ਲੈ ਹੋ ਬਚਾਈ। ਉਹਦੀ ਫਿਰ ਸਾਰੇ ਵੈਰੀਆਂ ਤੋਂ, ਪਾਪਾਂ ਤੋਂ, ਦੁਸ਼ਟਾਂ ਤੋਂ, ਸਾਰਿਆਂ ਤੋਂ ਬਚਾ ਲੈਂਦਾ ਹੈ, ਕਿਉਂਕਿ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜਾ ਬੱਚਾ ਕਹਿਣੇ ਵਿੱਚ ਮੰਨਦਾ ਹੈ, ਤੇ ਫਿਰ ਤੁਸੀਂ ਵੀ ਮਾਤਾ ਪਿਤਾ ਬੈਠੇ ਹੋ, ਅਗਰ ਬੱਚਾ ਕਹਿਣੇ 'ਚ ਹੋਵੇ ਤੇ ਮਾਤਾ ਪਿਤਾ ਬੇਫਿਕਰ ਹੋ ਜਾਂਦੇ ਨੇ। ਉਹ ਘਰ ਦੀਆਂ ਚਾਬੀਆਂ ਫੜਾ ਦਿੰਦੇ ਨੇ, ਲੈ ਪੁੱਤਰਾ ਸਾਨੂੰ ਪਤਾ ਹੈ ਤੂੰ ਹੁਣ ਇਸ ਕਾਰੇ ਨੂੰ ਸਵਾਰ ਸਕਣਾ ਹੈ, ਇਸ ਕਾਰੇ ਦੀ ਜ਼ਿੰਮੇਵਾਰੀ ਲੈ ਸਕਣਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇਸ ਨੂੰ ਕਹਿੰਦੇ ਨੇ ਸ਼ਰਨ ਆਉਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਗੱਲ ਨੂੰ ਕਿਹਾ ਕਿ ਭਾਈ ਸ਼ਰਨ ਵਿੱਚ ਆਓ, ਉਹਦੀ ਕਹੇ ਅਨੁਸਾਰ ਚੱਲੋ, ਤੇ ਕੀ ਹੋਏਗਾ? ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਰਹਿਮਤ ਕਰਨ, ਸਾਡਾ ਗਾਵਿਆ ਸੁਣਿਆ ਪ੍ਰਵਾਨ ਹੋਵੇ। ਗੁਰੂ ਦੀ ਰੋਜ਼ ਇੱਕ ਨਾ ਇੱਕ ਗੱਲ ਨੂੰ ਹਿਰਦੇ ਵਿੱਚ ਵਸਾਈਏ, ਔਰ ਇਹਨਾਂ ਚੀਜ਼ਾਂ ਤੋਂ, ਭਰਮਾਂ ਵਹਿਮਾਂ ਤੋਂ ਡਰੋ ਨਾ। ਇਹ ਕਰਾਂਗੇ ਨਹੀਂ ਤੇ ਇਹ ਹੋ ਜਾਏਗਾ, ਕੁਛ ਨਹੀਂ ਹੋਣਾ। ਕਿਸੇ ਦੇ ਹੱਥ ਕੁਛ ਹੈ ਹੀ ਨਹੀਂ ਹੈ, ਕੋਈ ਕੁਛ ਨਹੀਂ ਕਰ ਸਕਦਾ। ਮੈਂ ਸੱਚ ਕਹਿ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਗੱਲ ਹੀ ਮੁਕਾਤੀ, ਸਭ ਕੁਝ ਤੁਮਰੇ ਹੱਥ ਪ੍ਰਭ। ਸਾਰਾ ਕੁਝ ਪ੍ਰਮਾਤਮਾ ਤੇਰੇ ਹੱਥ ਹੈ। ਜਿਹੜਾ ਤੁਹਾਨੂੰ ਡਰਾ ਰਿਹਾ ਹੈ ਉਹ ਵੀ ਖੁਦ ਕਾਲ ਦੇ ਵੱਸ ਹੈ। ਉਹ ਆਪ ਨਹੀਂ ਮੌਤ ਤੋਂ ਬਚ ਸਕਦਾ, ਤੁਹਾਨੂੰ ਕਿੱਥੋਂ ਡਰਾ ਰਿਹਾ ਹੈ ਜੀ? ਇਹ ਕਰੋਗੇ ਤੇ ਕਿਰਪਾ ਹੋ ਜਾਏਗੀ, ਤੇ ਇਹ ਕਰੋਗੇ ਤੇ ਕਿਰਪਾ ਹੋ ਜਾਏਗੀ। ਕੋਈ ਕਿਰਪਾ ਨਹੀਂ ਹੋਣੀ। ਕਿਰਪਾ ਉਸ ਗੁਰੂ ਨਾਨਕ ਦੀ ਹੋਣੀ ਹੈ, ਤੇ ਤਾਂ ਹੀ ਕਿਰਪਾ ਹੋਣੀ ਹੈ। ਕਿਸੇ ਜਾਦੂ ਮੰਤਰ ਤੰਤਰ ਟੂਣਿਆਂ ਤੋਂ ਨਾ ਡਰੋ। ਕਿਸੇ ਨੇ ਕੁਛ ਨਹੀਂ ਕਹਿਣਾ ਜੇ।
ਇਹ ਚੁਪਈ ਸਾਹਿਬ ਵਿੱਚ ਸਾਰੇ ਸਾਡੇ ਤੰਤਰ ਮੰਤਰਾਂ ਤੋਂ ਮਹਾਰਾਜ ਨੇ ਵਰਜਿਤ ਕੀਤਾ ਹੈ। ਕੋਈ ਸਾਡਾ ਵਿਗਾੜ ਨਹੀਂ ਸਕਦਾ। ਤੇ ਕਿਸੇ ਦੇ ਉੱਤੇ ਦੋਸ਼ ਵੀ ਨਾ ਦਵੋ ਕਿ ਉਹਦੇ ਕਹਿ ਕੇ ਮੇਰਾ ਇਹ ਹਾਲ ਹੋਇਆ। ਨਹੀਂ, ਦੱਦਾ ਦੋਸ਼ ਨਾ ਦੇਹੂ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਕਿਸੇ ਤੇ ਦੋਸ਼ ਨਾ ਮੰਡੋ, ਆਪ ਆਪਣੀ ਪੜਚੋਲ ਕਰੋ। ਤੁਹਾਡੇ ਅੰਦਰ ਗੁਰੂ ਨਾਨਕ ਬੈਠਾ ਹੈ, ਉਸ ਗੁਰੂ ਨਾਨਕ ਨੂੰ ਸੰਗਤ ਵਿੱਚੋਂ ਆ ਕੇ ਸੁਣ ਕੇ ਉਸ ਗੁਰੂ ਨਾਨਕ ਨੂੰ ਅੰਦਰੋਂ ਪ੍ਰਗਟ ਕਰੋ। ਤੇ ਫਿਰ ਕੀ ਹੋਏਗਾ? ਇਹ ਬਖਸ਼ਿਸ਼ਾਂ ਸਾਨੂੰ ਝੋਲੀ ਵਿੱਚ ਪੈਣਗੀਆਂ। ਇਹਨੂੰ ਕਹਿੰਦੇ ਨੇ ਸ਼ਰਨ ਆਉਣਾ। ਇਹ ਨਹੀਂ ਕਿ ਮੈਂ ਗੁਰਦੁਆਰੇ ਗਿਆ ਤੇ ਸ਼ਰਨ ਵਿੱਚ ਆ ਗਿਆ, ਨਹੀਂ। ਜੋ ਗੁਰਦੁਆਰੇ ਭਾਈ ਸਾਹਿਬ ਕਹਿ ਰਹੇ ਨੇ, ਜੋ ਕੀਰਤਨ, ਜੋ ਕਥਾ ਵਿਚਾਰਾਂ ਹੋ ਰਹੀਆਂ ਨੇ, ਉਹਦੇ ਉੱਤੇ ਅਸੀਂ ਇੰਪਲੀਮੈਂਟ ਕਰੀਏ, ਜੀਵਨ ਦੇ ਵਿੱਚ ਲਾਗੂ ਕਰੀਏ, ਅਮਲੀ ਜੀਵਨ ਕਰੀਏ, ਤੇ ਤਾਂ ਗੁਰੂ ਸਾਹਿਬ ਫਿਰ ਇਹ ਬਖਸ਼ਿਸ਼ਾਂ ਕਰਦੇ ਨੇ। ਜਿਹੜੇ ਵੀ ਸਿੱਖ ਕਰਦੇ ਨੇ ਉਹਨਾਂ ਦੇ ਫਿਰ ਘਰਾਂ ਦੇ ਵਿੱਚ ਵੀ ਸੁਖ ਸ਼ਾਂਤੀ ਹੁੰਦੀ ਹੈ। ਕਿਸੇ ਤਰ੍ਹਾਂ ਦਾ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਤਾਂ ਗੁਰੂ ਮਹਾਰਾਜ ਕਿਰਪਾ ਕਰਨ। ਕੁਛ ਵਾਰੀ ਕਈ ਵਾਰੀ ਜ਼ਿਆਦਾ ਕਹਿਣ ਦੀ ਮਹਾਰਾਜ ਸਾਨੂੰ ਪਿੱਛੋਂ ਹੁਕਮ ਕਰ ਦਿੰਦੇ ਨੇ ਤੇ ਕਹਿਣਾ ਪੈਂਦਾ ਹੈ। ਪਰ ਜਿਹੜੇ ਵੀ ਅਸੀਂ ਦੂਜੇ, ਮੈਂ ਕਹਿੰਦਾ ਸਾਰੇ ਧਰਮ ਸਤਿਕਾਰਯੋਗ ਨੇ। ਦੇਖੋ, ਜਿੰਨੀ ਵਧੀਆ ਜੋ ਮਰਜ਼ੀ ਕਹਿ ਲਓ, ਮਾਂ ਹੀ ਹੁੰਦੀ ਹੈ, ਮਾਸੀ ਹੁੰਦੀ ਹੈ। ਮਾਸੀ ਕਦੀ ਮਾਂ ਨਹੀਂ ਬਣ ਸਕਦੀ। ਹਾਂ, ਮਾਸੀ ਦਾ ਮਤਲਬ ਹੈ ਮਾਂ ਵਰਗੀ ਹੈ, ਮਾਂ ਤੇ ਸੀ, ਪਰ ਮਾਂ ਨਹੀਂ ਹੈ। ਮਾਂ ਸਾਡੀ ਕੌਣ ਹੈ? ਗੁਰੂ ਨਾਨਕ ਹੈ, ਗੁਰੂ ਤੇਗ ਬਹਾਦਰ ਨੇ। ਅਸੀਂ ਉਹਨਾਂ ਵਰਗਾ ਬਣਨਾ ਹੈ। ਸਾਰੇ ਸਤਿਕਾਰਯੋਗ ਨੇ ਜਿਤਨੇ ਪੀਰ ਪੈਗੰਬਰ ਨੇ, ਪਰ ਮਾਂ ਤੋਂ ਉੱਤੇ ਕੋਈ ਵੀ ਨਹੀਂ ਹੈ। ਤਾਂ ਸਤਿਕਾਰ ਸਬਦਾ ਕਰੀਏ ਤੇ ਪੜ੍ਹਾਈ ਜਿਹੜੀ ਹੈ ਉਹ ਆਪਣੀ ਮਾਂ ਗੁਰੂ ਨਾਨਕ ਦੀ ਕਰੀਏ, ਤੇ ਤਾਂ ਹੀ ਫਿਰ ਇਹ ਚੀਜ਼ਾਂ ਪ੍ਰਾਪਤ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।